ਧੰਨ ਵਾਹਿਗੁਰੂ। ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਭਗਤ ਭਗਵਾਨ ਜਹ ਪ੍ਰਾਨੀ ਕੈ ਨਾਹਿ ਮਨ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹਿ ਤਨ स्वामी को ग्रह ज्यों सदा स्वान तजत नहीं नित नानक एह बिद हर भजो एक मन होए एक चित। शब्द गुरु सतगुरु गुरु ग्रंथ साहब महाराज जी के हजूर जुड़ बैठे सत्कारे वडभागे साध संगत जीओ, आप सबना ने ही तकरीबन पिछले हफ्ते तो ही सतगुरु गुरु तेग बहादुर महाराज जी के प्रकाश पुरब 400 साला शताब्दी दिवस को समर्पित होके जिथे इस साल नानकशाही कैलेंडर के मुताबक 18 अप्रैल को गुरु महाराज जी का 401 साला प्रकाश पुरब आरंभे है। आप सबना ने ही सत्कारयोग भैन जी जसबीर कौर जिन्हों ने शब्द की विचार आप जी नाल साझी की, सत्कारयोग वीर हरजीत सिंह जी चेयरमैन सिख मिशनरी कॉलेज 2 दीवाना हाजरियां आप नाल साझियां करके गए ने। सत्कारयोग भाई सरबजीत सिंह जी धुंदा पिछले लगातार 3 दीवाना तो शब्द की विचार आप नाल साझी कर रहे हैं। गुरु महाराज जी के पुरब मनाउण दा भाव यह है कि जो गुरु महाराज जी ने जीवन शैली अपनी जी के वेखी है, सानू सिखाई है, उन्होंने दे जीवन के जो तजर्बे रहे ने, जो उन्होंने समाज नूं जिस निगाह नाल वेखिया और अपने गुणां दे नाल समाज दे विच गुरु महाराज ने जो सेवा कमाई, जो परोपकार कीते, उन्होंने गुरु महाराज जी ने साडे नाल भी साझिया कीता है कि जीवन तां कालपुरख वाहिगुरू ने सारियां नूं इक्को जिहा ही दिता है। असी अपने बच्चों के भी जन्मदिन मनाने ही हाँ, आखिर हर साल केक कट रहे हैं, अरदासां करते हैं, कई कुछ करते ही हैं। जन्म जिहड़ा है वो मिनटां दी खेड हुंदी है। जदों माँ के गर्भ तो बच्चा जन्म लैंदा है, इक्को ही तरीके का प्रोसीजर करते वाहिगुरू ने बनाया है। माता पिता के सुमेल नाल एक जीव का जन्म हुंदा है, जिवें बाणी आखदी है ना, जैसे मात पिता बिन बाल ना होई। दोवां दे सुमेल नाल संजोग नाल एक जीव ने जन्म लैना ही है। पंछियां का भी जन्म हुंदा है, पशुओं का भी हुंदा है, इंसानी जीवन भी इदां ही है। प्रक्रिया वख-वख हो सकती है, अंडज जेरज सेतज उत्पुज, होर भी बड़े तरीके ने जन्म लैण दे इस धरती ते असंख अनंत। मैं अर्ज कर रहा सा कि जदों इंसानी जीवन दे विच जन्म हुंदा साडा, वो मिनटां दे विच विच हुंदी है गल। 5 मिनट 10 मिनट, किसी नूं वधेरा समा थोड़ा होर लग जाएगा। जन्म धन नहीं हुंदा,
ਜਨਮ ਸਾਰਿਆਂ ਦਾ ਇੱਕੋ ਜਿਹੇ ਤਰੀਕੇ ਨਾਲ ਹੁੰਦਾ ਹੈ। ਜੋ ਜਨਮ ਦੇ ਬਾਅਦ ਜੀਵਨ ਤੁਰਦਾ ਹੈ ਨਾ, ਉਸ ਜੀਵਨ ਦੇ ਵਿੱਚ ਉਹਦੇ ਕਰਮ ਦੇ ਹਿਸਾਬ ਨਾਲ ਇਹ ਮਾਪਦੰਡ ਲਾਇਆ ਜਾਂਦਾ ਕਿ ਇਹ ਉੱਤਮ ਜੀਵਨ ਹੈ ਜਾਂ ਨੀਚ ਗਿਰਿਆ ਹੋਇਆ ਜੀਵਨ ਹੈ। ਜਿਸ ਨੂੰ ਸਤਿਗੁਰ ਦੀ ਬਾਣੀ ਆਖਦੀ ਹੈ, ਉੱਤਮ ਸੇ ਦਰ ਉੱਤਮ ਕਹੀਐ, ਨੀਚ ਕਰਮ ਬਹਿ ਰੋਏ। ਕਿਉਂਕਿ ਜਨਮ ਕਰਕੇ ਨਾ ਤਾਂ ਕੋਈ ਵੀ ਉੱਤਮ ਨਹੀਂ, ਕੋਈ ਨੀਚ ਨਹੀਂ ਹੈਗਾ। ਇਸੇ ਕਰਕੇ ਗੁਰਮਤਿ ਦੇ ਦਾਇਰੇ ਵਿੱਚ ਕਬੀਰ ਸਾਹਿਬ, ਰਵਿਦਾਸ ਸਾਹਿਬ, ਨਾਮਦੇਵ ਜੀ, ਭਗਤ ਬੇਣੀ ਜੀ, ਭਗਤ ਸੈਣ ਜੀ, ਭਗਤ ਸਦਨਾ ਜੀ, ਇਹ ਸਾਰੇ ਇੱਕੋ ਹੀ ਪ੍ਰੋਸੀਜਰ ਵਿੱਚ ਇੱਕੋ ਹੀ ਤਰੀਕੇ ਦੇ ਕਬੂਲੇ ਗਏ ਨੇ। ਇਹਨਾਂ ਨੂੰ ਜਨਮ ਕਰਕੇ ਉੱਤਮ ਨਹੀਂ ਮੰਨਿਆ ਗਿਆ ਬਾਣੀ ਨੇ ਕਿ ਭਗਤ ਸਨ ਇਸ ਕਰਕੇ ਜਨਮ ਕਰਕੇ ਹੀ ਉੱਤਮ ਰਹੇ ਨੇ, ਨਹੀਂ। ਜੇ ਦਾਵਾ ਅਸੀਂ ਕਰਾਂਗੇ ਤੇ ਫਿਰ ਵਿਪਰਵਾਦ, ਬ੍ਰਾਹਮਣੀਵਾਦ, ਉਹਦੀ ਫਿਲਾਸਫੀ ਔਰ ਸਾਡੀ ਵਿਚਾਰ ਦੇ ਵਿੱਚ ਕੋਈ ਫਰਕ ਨਹੀਂ ਜੇ ਫਿਰ ਹੈਗਾ। ਉਹ ਵੀ ਇਦਾਂ ਹੀ ਮੰਨਦੇ ਨੇ, ਕੁਝ ਜਨਮ ਕਰਕੇ ਹੀ ਉੱਤਮ ਹੁੰਦੇ ਨੇ, ਕੁਝ ਜਨਮ ਕਰਕੇ ਨੀਵੇਂ ਹੁੰਦੇ ਨੇ, ਪਰ ਗੁਰਬਾਣੀ ਉਹ ਨਹੀਂ ਮੰਨਦੀ। ਅਸੀਂ ਭਾਵੇਂ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜਨਮ ਦਿਹਾੜਾ ਔਰ ਸਾਡੀ ਬੋਲੀ ਦੇ ਵਿੱਚ ਪ੍ਰਕਾਸ਼ ਪੁਰਬ, ਗੁਰੂ ਦੀ ਆਮਦ, ਗੁਰੂ ਦਾ ਆਉਣਾ, ਗੁਰੂ ਦਾ ਅਵਤਾਰ, ਕਈ ਲਫ਼ਜ਼ਾਂ ਦੇ ਨਾਲ ਅਸੀਂ ਇਹ ਤਹਿਜ਼ੀਬ ਦੇ ਨਾਲ ਅਸੀਂ ਪੁਕਾਰਦੇ ਹਾਂ, ਆਖਦੇ ਹਾਂ, ਸਤਿਕਾਰਦੇ ਹਾਂ। ਪਰ ਗੱਲ ਇਹ ਹੈ ਕਿ ਜਿਨ੍ਹਾਂ ਦੇ ਅਸੀਂ ਜਨਮ ਵੀ ਮਨਾ ਰਹੇ ਹੁੰਦੇ ਹਾਂ ਨਾ, ਉਹਨਾਂ ਦੇ ਜੀਵਨ ਜੁਗਤ ਤੇ ਉੱਤਮ ਕਰਨੀ ਕਰਕੇ ਉਹਨਾਂ ਦੇ ਜਨਮ ਮਨਾ ਰਹੇ ਹੁੰਦੇ ਹਾਂ। ਨਹੀਂ ਤੇ ਗੁਰੂ ਮਹਾਰਾਜ ਤਾਂ ਛੋਟੇ ਸਨ ਭੈਣ ਭਰਾਵਾਂ ਦੇ ਵਿੱਚ। ਅਸੀਂ ਇੱਥੇ ਬਾਬਾ ਸੂਰਜਮਲ ਜੀ ਦਾ ਕਦੀ ਦਿਨ ਮਨਾਇਆ, ਅਣੀ ਰਾਏ ਜੀ ਦਾ, ਅਟਲ ਰਾਏ ਜੀ ਦਾ। ਉਹ ਗੁਰੂ ਤੇਗ ਬਹਾਦਰ ਸਾਹਿਬ ਤੋਂ ਪਹਿਲਾਂ ਆਏ ਨੇ ਧਰਤੀ ਤੇ, ਉਹਨਾਂ ਦੇ ਵੱਡੇ ਭਰਾਤਾ ਸਨ। ਅਸੀਂ ਉਹਨਾਂ ਦਾ ਜਨਮ ਨਹੀਂ ਮਨਾਇਆ। ਹੈ ਤੇ ਮਾਂ ਦੀ ਉਹੀ ਕੁੱਖ ਹੈ ਨਾ, ਨਾਨਕੀ ਜੀ ਦੀ ਕੁੱਖ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਰਾਹੀਂ ਪਿਤਾ ਉਹੀ ਨੇ। ਅਸੀਂ ਅਰਦਾਸ ਵਿੱਚ ਵੀ ਨਹੀਂ ਯਾਦ ਕੀਤਾ, ਕਦੀ ਜਨਮ ਵੀ ਨਹੀਂ ਮਨਾਇਆ ਉਹਨਾਂ ਦਾ। ਧੀਰਮਲ ਜੀ ਬੜੇ ਚੰਗੇ ਸਨ, ਪਰਿਵਾਰ ਦੇ ਵਿੱਚ ਉਹਨਾਂ ਦੀ ਰਿਸ਼ਤੇਦਾਰੀ ਦੇ ਵਿੱਚ ਸਨ, ਪਰ ਉਹਨਾਂ ਦੇ ਕਰਮ, ਉਹਨਾਂ ਦੇ ਵਿਹਾਰ ਵੇਖ ਕੇ ਕਿ ਉਹ ਗੁਰੂ ਤੇ ਗੋਲੀ ਵੀ ਚਲਾ ਸਕਦੇ ਨੇ, ਸੀਹੇ ਮਸੰਦ ਨੂੰ ਕਹਿ ਕੇ ਗੁਰੂ ਮਹਾਰਾਜ ਜੀ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਵੀ ਕਰ ਸਕਦੇ ਨੇ, ਹੈ ਗੁਰੂ ਪਰਿਵਾਰ ਵਿੱਚੋਂ ਹੀ ਨੇ, ਪਰ ਉਹਨਾਂ ਦੇ ਅਸੀਂ ਜਨਮ ਦਿਹਾੜੇ ਮਨਾਉਂਦੇ ਨਹੀਂ ਹੈਗੇ। ਹਾਂ, ਉਹਨਾਂ ਨੂੰ ਜਦੋਂ ਯਾਦ ਵੀ ਕਰਦੇ ਹਾਂ ਨਾ ਅਸੀਂ, ਤੇ ਉਹਨਾਂ ਦੇ ਕਰਮਾਂ ਦੇ ਵਾਚਣ ਦੇ ਬਾਅਦ ਉਹਨਾਂ ਨੂੰ ਨੀਚ ਕਰਦਾਨਿਆ ਜਾਂਦਾ ਹੈ ਪਰਿਵਾਰ ਵਿੱਚੋਂ ਹੀ ਨੇ, ਖੂਨ ਉਹੀ ਹੈ, ਵੱਖਰਾ ਕੋਈ ਨਹੀਂ ਹੈਗਾ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਤੇ ਗੁਰੂ ਹਰਰਾਏ ਸਾਹਿਬ, ਗੁਰੂ ਹਰਰਾਏ ਸਾਹਿਬ ਮਹਾਰਾਜ ਜੀ ਦੇ ਸੁਪੁੱਤਰ ਗੁਰੂ ਹਰਕ੍ਰਿਸ਼ਨ ਸਾਹਿਬ, ਤੇ ਨਾਲ ਹੀ ਤੁਸੀਂ ਵੇਖ ਲਓ ਰਾਮ ਰਾਏ ਵੀ ਹੈ, ਖੂਨ ਇੱਕੋ ਹੀ ਹੈ, ਮਾਂ ਬਾਪ ਵੀ ਇੱਕੋ ਹੀ ਨੇ। ਪਰ ਅਸੀਂ ਰਾਮ ਰਾਏ ਦਾ ਪ੍ਰਕਾਸ਼ ਪੁਰਬ ਕਿਉਂ ਨਹੀਂ ਮਨਾਉਂਦੇ? ਅਜੇ ਭੈਣ ਭਰਾਵਾਂ ਦੇ ਵਿੱਚ ਪਹਿਲਾਂ ਆਏ ਨੇ ਭਰਾ, ਕਈ 4-4 5-5 ਭਰਾ, ਬੀਬੀ ਵੀਰੋ ਜੀ ਬੜੇ ਸਤਿਕਾਰਯੋਗ ਨੇ। ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ ਕਿ ਜਦੋਂ ਸਿੱਖ ਪ੍ਰਕਾਸ਼ ਪੁਰਬ ਵੀ ਸੈਲੀਬ੍ਰੇਟ ਕਰ ਰਿਹਾ ਹੁੰਦਾ ਨਾ, ਤੇ ਉਹ ਬਾਏ ਬਰਥ ਨੂੰ ਨਹੀਂ, ਉਹ ਬਾਏ ਕਰਮ, ਉਹਨਾਂ ਦੇ ਵਿਹਾਰ, ਉਹਨਾਂ ਦੀ ਉੱਤਮ ਸੋਚ ਨੂੰ ਸਮਰਪਣ ਹੋਇਆ ਹੁੰਦਾ ਉੱਥੇ। ਹੁਣ ਤੁਹਾਡੇ ਵਿੱਚ ਹੋਏਗਾ ਜੀ ਫਿਰ ਉੱਤਮ ਸੋਚ ਕੀ ਸੀ ਉਹਨਾਂ ਦੀ, ਜਿਨ੍ਹਾਂ ਦਾ ਜਨਮ ਵੀ ਮਨਾ ਰਹੇ ਹਾਂ ਅਸੀਂ। ਜੇ ਜਨਮ ਕਰਕੇ ਕੋਈ ਉੱਤਮ ਨਹੀਂ, ਕੋਈ ਨੀਚ ਨਹੀਂ, ਸਾਰੇ ਬਰਾਬਰ ਹਾਂ ਅਸੀਂ। ਹੁਣ ਵੇਖੋ, ਜਨਮ ਕਰਕੇ ਤੇ ਉਹਨਾਂ ਦਾ ਨਾਮ ਹੈ ਤਿਆਗਮਲ, ਪਰ ਸਾਡਾ ਤਿਆਗਮਲ ਨਾਲ ਰਿਲੇਸ਼ਨ ਨਹੀਂ ਸੀ ਹੈਗਾ। ਸਾਡਾ ਜਦੋਂ ਗੁਰੂ ਬਣੇ ਨਾ, ਉਦੋਂ ਰਿਲੇਸ਼ਨ ਸਿੱਖ ਦਾ ਬਣਿਆ ਉਹਨਾਂ ਦੇ ਨਾਲ। ਭਾਈ ਲੈਣੇ ਨਾਲ ਸਿੱਖ ਦਾ ਕੋਈ ਰਿਲੇਸ਼ਨ ਨਹੀਂ ਹੈਗਾ, ਸੰਗਤੀ ਹੋ ਸਕਦੇ ਨੇ, ਪਰ ਜਦੋਂ ਗੁਰੂ ਨਾਨਕ, ਦੂਜੇ ਨਾਨਕ, ਗੁਰੂ ਅੰਗਦ ਬਣੇ, ਸਾਡਾ ਸਿੱਖ ਸੁਰਤ ਦਾ ਉਹਨਾਂ ਦੇ ਨਾਲ ਉਦੋਂ ਰਿਲੇਸ਼ਨ ਬਣਿਆ। ਹਰਿਦੁਆਰ ਜਾਣ ਵਾਲੇ ਬਜ਼ੁਰਗ ਨਾਲ ਸਾਡਾ ਕੋਈ ਰਿਲੇਸ਼ਨ ਨਹੀਂ ਜੇ ਹੈਗਾ। ਹਾਂ, ਜਦੋਂ ਸਿੱਖ ਵੀ ਰਹੇ ਸਨ ਆ ਕੇ ਖਡੂਰ ਸਾਹਿਬ, ਉਦੋਂ ਵੀ ਸੰਗਤ ਹੀ ਸਨ, ਭਾਵੇਂ ਬਜ਼ੁਰਗ ਸਨ, ਸਤਕਾਰੇ ਸਨ, ਸੇਵਾ ਕਰਦੇ ਸਨ। ਪਰ ਜਦੋਂ ਬਾਬਾ ਅਮਰਦਾਸ, ਗੁਰੂ ਅਮਰਦਾਸ ਬਣੇ ਨਾ, ਸਿੱਖ ਦੀ ਸੁਰਤ ਦਾ ਉਹਦੇ ਨਾਲ ਇੱਕ ਸੰਜੋਗ, ਇੱਕ ਸਾਥ, ਇੱਕ ਰਿਲੇਸ਼ਨ, ਇੱਕ ਰਿਸ਼ਤੇਦਾਰੀ ਪੈ ਗਈ ਹੈ। ਸਿੱਖ ਦਾ ਗੁਰੂ ਨਾਲ ਅਸਲ ਦੇ ਵਿੱਚ ਰਿਲੇਸ਼ਨ ਹੈ। ਉਸ ਤੋਂ ਪਹਿਲਾਂ ਸਾਰੇ ਸਿੱਖਿਆਰਥੀ ਨੇ। ਅਸੀਂ ਜਿਨ੍ਹਾਂ ਦਾ ਪੁਰਬ ਮਨਾ ਰਹੇ ਹਾਂ ਬਾਏ ਬਰਥ, ਉਹ ਸਿੱਖ ਰੂਪ ਦੇ ਵਿੱਚ ਕਹਿ ਸਕਦੇ ਹਾਂ, ਗੁਰੂ ਪਰਿਵਾਰ ਦੇ ਵਿੱਚ ਕਹਿ ਸਕਦੇ ਹਾਂ, ਸੰਗਤੀ ਰੂਪ ਦੇ ਵਿੱਚ ਉਹਨਾਂ ਨੇ ਬੜੇ ਚੰਗੇ ਨੇਕ ਕਰਮ ਕੀਤੇ, ਸਿੱਖਿਆਵਾਂ ਗੁਰੂ ਗੋਦ ਵਿੱਚ ਲਈਆਂ ਉਹਨਾਂ ਨੇ।
ਪਰ ਸਾਡਾ ਸੰਬੰਧ ਜਦੋਂ ਬਣਦਾ ਹੈ ਨਾ ਤੇ ਗੁਰੂ ਤੇਗ ਬਹਾਦਰ ਨਾਲ ਜਾ ਕੇ ਬਣਦਾ ਹੈ। ਹੁਣ ਸਿੱਖ ਜਦੋਂ ਵੇਂਦਾ ਕਿ ਗੁਰੂ ਤੇਗ ਬਹਾਦਰ ਮਹਾਰਾਜ ਸਾਡੇ ਨੌਵੇਂ ਨਾਨਕ ਹੋਏ ਨੇ, ਉਹਨਾਂ ਦੀ ਕਰਨੀ, ਉਹਨਾਂ ਦਾ ਉੱਤਮ, ਉਹਨਾਂ ਦਾ ਦਰਜਾ ਬੜਾ ਮਹਾਨ ਹੋਇਆ, ਸਿੱਖਿਆਵਾਂ ਬੜੀ ਉੱਤਮ ਨੇ, ਤੇ ਉਹਨਾਂ ਦੇ ਜਨਮ ਨੂੰ ਵੀ ਅਸੀਂ ਸੈਲੀਬ੍ਰੇਟ ਕਰੀਏ, ਕਿਉਂਕਿ ਸਾਰਾ ਜਨਮ ਹੀ ਧੰਨ ਧੰਨ ਹੋ ਗਿਆ। ਉਹਨਾਂ ਨੇ ਤੇ ਕਮਾਲ ਹੀ ਕਰਤੀ ਜੀ। ਜਨਮ ਤੋਂ ਲੈ ਕੇ ਉਹਨਾਂ ਨੇ ਜਿਹੜੀਆਂ ਸਿੱਖਿਆਵਾਂ ਲਈਆਂ ਉਹਨੂੰ ਕਿਵੇਂ ਬੂਰ ਲੱਗਾ। ਗੁਰੂ ਮਹਾਰਾਜ ਜੀ ਦੇ 57 ਸ਼ਲੋਕ 59 ਸ਼ਬਦਾਂ ਦੇ ਵਿੱਚ ਉਹਨਾਂ ਦਾ ਐਕਸਪੀਰੀਅੰਸ ਹੀ ਤਾਂ ਝਲਕਦਾ ਹੈ। ਗੁਰੂ ਮਹਾਰਾਜ ਨੇ ਜੋ ਜੀਵਨ ਵਿੱਚ ਖਟਿਆ ਨਾ, ਜੋ ਕਮਾਇਆ, ਜਿਹੜਾ ਦ੍ਰਿਸ਼ਟੀਕੋਣ ਨਾਨਕ ਦੇ ਘਰੋਂ ਲਿਆ, ਉਹ ਚਸ਼ਮਾ ਸਿੱਖ ਦੀਆਂ ਅੱਖਾਂ ਦੇ ਵਿੱਚ ਪਾ ਦਿੱਤਾ। ਹੁਣ ਤੂੰ ਇਦਾਂ ਵੇਖ। ਆਪ ਆਨੰਦ ਸਾਹਿਬ ਵਿੱਚ ਵੀ ਪੜ੍ਹਦੇ ਹੋ ਨਾ, ਮਹਾਰਾਜ ਕਹਿੰਦੇ ਨੇ ਜਦੋਂ ਤੂੰ ਆਪਣੀ ਨਿਗਾਹ ਨਾਲ ਵੇਖੇਂਗਾ ਉਦੋਂ ਤੈਨੂੰ ਜ਼ਹਿਰ ਲੱਗਣਾ ਸਾਰਾ ਕੁਝ। ਇਹ ਬਿਗ ਸੰਸਾਰ ਤੁਮ ਦੇਖਦੇ, ਪਰ ਤੂੰ ਮੇਰੀਆਂ ਐਨਕਾਂ ਲੈ ਕੇ ਵੇਖ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਹੁਣ ਦ੍ਰਿਸ਼ਟੀ ਬਦਲੀ ਹੈ। ਸਤਿਗੁਰੂ ਵਿਟੋਂ ਵਾਰਿਆ, ਜਿਤ ਮਿਲੇ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ। ਉਹ ਅੰਜਨ ਜਿਹੜਾ ਅੱਖਾਂ ਦੇ ਵਿੱਚ ਗੁਰੂ ਪਾਉਂਦਾ ਨਾ, ਗਿਆਨ ਅੰਜਨ, ਸੁਰਤ ਦੀਆਂ ਅੱਖਾਂ ਦੇ ਵਿੱਚ ਜਦੋਂ ਇਹ ਅੰਜਨ ਪਾਉਂਦਾ ਤਾਂ ਕਿ ਉਹ ਅੱਖਾਂ ਤੰਦਰੁਸਤ ਰਹਿਣ, ਉਹ ਅੱਖਾਂ ਦੀ ਦ੍ਰਿਸ਼ਟੀ ਚੰਗੀ ਰਵੇ, ਉਹ ਅੱਖਾਂ ਦੀ ਵੇਖਣੀ ਚੰਗੀ ਰਵੇ, ਉਹਦੀ ਨਿਹਾਰ ਚੰਗੀ ਬਣੀ ਰਵੇ। ਇੰਨੀ ਨੇਤਰੀ ਜਗਤ ਨਿਹਾਲਿਆ। ਹੁਣ ਜਗਤ ਨੂੰ ਵੇਖੋ ਕਿਦਾਂ ਦਿਖਾਈ ਦੇ ਰਿਹਾ ਤੁਹਾਨੂੰ। ਗੁਰੂ ਤੇਗ ਬਹਾਦਰ ਮਹਾਰਾਜ ਨੇ ਜਿੱਦਾਂ ਦੇਖਿਆ ਨਾ ਸੰਸਾਰ ਨੂੰ, ਕਿ ਇੱਥੇ ਸਮੱਸਿਆ ਕੋਈ ਇੱਕ ਥੋੜਾ ਹੁੰਦੀਆਂ ਨੇ, ਸਾਡੇ ਜੀਵਨ ਦੀਆਂ ਸਮੱਸਿਆਵਾਂ ਨੇ, ਸਮਾਜ ਦੇ ਨਾਲ ਅਸੀਂ ਜੁੜੇ ਹੋਏ ਹਾਂ, ਇਕਾਈ ਆ ਨਾ ਅਸੀਂ ਸਮਾਜ ਦੀ। ਆਂਢ ਗਵਾਂਢ, ਪਰਿਵਾਰ, ਰਾਜਸੀ ਵੇੜਾ, ਧਾਰਮਿਕ ਖੇਤਰ, ਇਹ ਸਾਰੇ ਨੂੰ ਤੁਹਾਨੂੰ ਧਿਆਨ ਦੇਣਾ ਪੈਣਾ। ਅਸੀਂ ਇਹਦੇ ਵਿੱਚੋਂ ਕਹੀਏ ਨਾ ਮੈਂ ਇੱਕ ਚੀਜ਼ ਚੂਜ਼ ਕਰ ਲਾਂ ਬਾਕੀ ਨਹੀਂ, ਮਰਜ਼ੀ ਨਹੀਂ ਹੈਗੀ ਸਾਡੀ, ਅਸੀਂ ਜਦੋਂ ਤੱਕ ਦੁਨੀਆ ਦੇ ਵਿੱਚ ਰਹਿਣਾ ਕਿ ਮੈਂ ਧਾਰਮਿਕ ਖੇਤਰ ਚੂਜ਼ ਕਰ ਲਾਂ, ਬਾਕੀ ਮੈਨੂੰ ਲੋੜ ਨਹੀਂ ਹੈਗੀ। ਰਾਜਸੀ ਕੁੰਡਾ ਜਦੋਂ ਸਿਰ ਤੇ ਪਏਗਾ ਨਾ, ਉਦੋਂ ਬੰਦਾ ਧਾਵਾ ਮਾਰੇਗਾ, ਫਿਰ ਕਹੇਗਾ ਜੀ ਨਹੀਂ, ਇਹਦੇ ਖਿਲਾਫ ਵੀ ਆਵਾਜ਼ ਚੁੱਕਣੀ ਪੈਣੀ ਹੈ। ਸਾਨੂੰ ਆਪਣੇ ਹੱਕਾਂ ਦੀ ਲੜਾਈ ਲੜਨੀ ਪੈਣੀ ਜੀ। ਇਕੱਲੇ ਧਾਰਮਿਕ ਹੋ ਕੇ ਤਾਂ ਸਾਰੀ ਨਹੀਂ ਰਿਹਾ ਸਾਡਾ, ਤੇ ਕੱਲਾ ਕਹੀਏ ਕਿ ਅਸੀਂ ਰਾਜਸੀ ਖੇਤਰ ਚੁਣ ਲਈਏ, ਧਰਮ ਦੀ ਸਾਨੂੰ ਲੋੜ ਕੋਈ ਨਹੀਂ ਹੈਗੀ। ਤੇ ਜਦੋਂ ਰਾਜਸੀ ਦੇ ਵਿਹੜੇ ਦੇ ਵਿੱਚ ਉਲਾਮੇ ਆਉਣਗੇ, ਸਾਡੇ ਹੱਥਾਂ ਤੋਂ ਕਰਪਸ਼ਨ ਹੋਏਗੀ, ਸਾਡੇ ਕੋਲੋਂ ਨਿਆਂ ਨਾ ਹੋ ਪਾਇਆ ਠੀਕ ਢੰਗ ਦੇ ਨਾਲ, ਅਸੀਂ ਇਨਸਾਫ ਹੀ ਨਾ ਕਰ ਸਕੇ ਕਿਸੇ ਵਾਸਤੇ, ਭਲਾਈ ਨਾ ਸੋਚ ਸਕੇ, ਉਦੋਂ ਸਾਨੂੰ ਲੱਗੇਗਾ ਜੀ ਕਿਸੇ ਪੱਖੋਂ ਅਸੀਂ ਹੌਲੇ ਵੀ ਆ, ਕੋਈ ਘਾਟ ਹੈ ਸਾਡੀ ਜ਼ਿੰਦਗੀ ਦੇ ਵਿੱਚ, ਸਾਨੂੰ ਧਰਮ ਦੀ ਵੀ ਲੋੜ ਚਾਹੀਦੀ ਹੈ। ਇਹ ਬੈਲੈਂਸ ਹੈ ਜ਼ਿੰਦਗੀ ਦਾ। ਬਾਣੀ ਦੇ ਵਿੱਚ ਜਦੋਂ ਭੱਟ ਜੀ ਕਹਿੰਦੇ ਨੇ ਨਾ ਰਾਜ ਜੋਗ ਤੈ ਮਾਣਿਓ, ਤੇ ਉਹ ਬੈਲੈਂਸ ਦੀ ਗੱਲ ਹੀ ਤਾਂ ਕਰਦੇ ਨੇ। ਦੋਵੇਂ ਚੀਜ਼ਾਂ ਦੀ ਹੀ ਬੇਹੱਦ ਲੋੜ ਹੈ। ਮੈਂ ਇਤਿਹਾਸਕ ਤੌਰ ਤੇ ਜਦੋਂ ਪੜ੍ਹ ਰਿਹਾ ਸਾਂ, ਕੱਲ ਭਾਈ ਸਾਹਿਬ ਵੀ ਜ਼ਿਕਰ ਕਰ ਰਹੇ ਸਨ, ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਦੋ ਧਿਰਾਵਾਂ ਦੀਆਂ ਲੜਾਈਆਂ ਦੇ ਵਿੱਚ ਪੈ ਕੇ ਉਹ ਲੜਾਈ ਰੋਕਣ ਜਾਂਦੇ ਨੇ, ਭਾਵੇਂ ਕਿ ਮਾਤਾ ਜੀ, ਮਾਤਾ ਗੁਜਰ ਕੌਰ ਜਿਨ੍ਹਾਂ ਦਾ ਨਾਮ ਪਿਆ, ਪਹਿਲਾ ਨਾਮ ਮਾਤਾ ਗੁਜਰੀ ਜੀ, ਉਹ ਪ੍ਰੈਗਨੈਂਟ ਸਨ, ਉਸ ਵੇਲੇ ਬੱਚੇ ਨੂੰ ਜਨਮ ਦਿੰਦੀ ਅਵਸਥਾ ਦੇ ਵਿੱਚ ਸਨ। ਔਰ ਤੁਸੀਂ ਵੇਖੋ 31 ਸਾਲਾਂ ਬਾਅਦ ਘਰ 'ਚ ਰੌਣਕ ਆਉਣੀ ਹੈ, ਬੱਚਾ ਆਉਣਾ ਹੈ, ਪਰ ਫਿਰ ਵੀ ਕਿੰਨਾ ਜ਼ਰੂਰੀ ਕੰਮ ਹੋਏਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੋ ਧਿਰਾਂ ਦੇ ਟਕਰਾਵ ਰੋਕਣ ਤੋਂ ਬਚਾ ਲਈ ਚਲੇ ਗਏ। ਆਪਣੇ ਰਿਸ਼ਤੇ ਦੇ ਸਾਲਾ ਜੀ ਲੱਗਦੇ ਸਨ ਕਿਰਪਾਲ ਚੰਦ ਜੀ, ਉਹਨਾਂ ਨੂੰ ਛੱਡ ਕੇ ਦੇਖ ਰੇਖ ਲਈ ਤੇ ਗਏ। ਹੁਣ ਉਹ ਘਟਨਾ ਨੂੰ ਧਿਆਨ ਨਾਲ, ਦੀਰਘਤਾ ਨਾਲ ਲੈ ਕੇ ਵੇਖੋ ਤੁਸੀਂ। ਇੰਨੇ ਸਾਲਾਂ ਬਾਅਦ ਘਰ ਖੁਸ਼ੀ ਆ ਰਹੀ ਹੋਵੇ, ਇਹਦਾ ਮਤਲਬ ਉਹਨਾਂ ਦੀ ਜ਼ਿੰਦਗੀ 'ਚ ਪਹਿਲ ਕੀ ਹੈ, ਫਸਟ ਸਮੱਸਿਆ ਕੀ ਹੈ, ਸੈਕੰਡ ਕੀ ਹੈ, ਥਰਡ ਕੀ ਚੀਜ਼ ਹੈ। ਤੁਸੀਂ ਪਹਿਲ ਕਿਹਨੂੰ ਦੇ ਸਕਦੇ ਹੋ? ਚੂਜ਼ ਸਾਨੂੰ ਕਰਨਾ ਪੈਂਦਾ, ਉੱਥੇ ਫੈਸਲਾ ਕਰਨਾ ਪਏਗਾ। ਮਹਾਰਾਜ ਦੋ ਧਿਰਾਂ ਦੇ ਝਗੜੇ ਨੂੰ ਰੋਕਣ ਲਈ ਗਏ, ਇਹਦਾ ਮਤਲਬ ਉਹ ਪੈਠ ਹੈ ਗੁਰੂ ਮਹਾਰਾਜ ਜੀ ਦੀ ਉੱਥੇ। ਨਹੀਂ ਤੇ ਤੁਸੀਂ ਮੈਂ ਅਗਰ ਅੱਜ ਸਾਡੇ ਸਿੱਖ ਸਮਾਜ 'ਚ ਦੋ ਸੰਸਥਾਵਾਂ, ਦੋ ਗੁਰਦੁਆਰਿਆਂ ਦੇ ਪ੍ਰਬੰਧਕ ਵੀ ਲੜ ਪੈਣ ਨਾ, ਤੇ ਮੇਰੇ ਵਰਗਾ ਵਿੱਚ ਜਾਏ, ਉਹ ਕਹਿਣਗੇ ਤੂੰ ਭਰਾਵਾ ਆਰਾਮ ਨਾਲ ਬਹਿ ਜਾ, ਤੂੰ ਜਿੱਥੇ ਹੈਗਾ ਚੰਗਾ ਲੱਗਦਾ, ਤੈਨੂੰ ਕੀ ਪਤਾ ਇਸ ਗੱਲ ਦਾ। ਇਹਦਾ ਮਤਲਬ ਗੁਰੂ ਤੇਗ ਬਹਾਦਰ ਮਹਾਰਾਜ ਦੀ ਰਾਜਸੀ ਜਿਹੜੀ ਠਾਠ ਬਾਠ ਹੈ ਨਾ, ਉਹ ਸਿਖਰ ਤੇ ਹੈ। ਜਿੱਥੇ ਧਾਰਮਿਕ ਤੌਰ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਪ੍ਰਚਾਰ ਕੀਤਾ ਹੈ, ਕੱਲੇ ਕੱਲੇ ਬੰਦੇ ਕੋ ਸਾਂਝ ਕੀਤੀ, ਗੁਣਾਂ ਦੀ, ਗਿਆਨ ਦੀ, ਪਰਉਪਕਾਰ ਸਿਖਾਏ ਨੇ, ਉੱਥੇ ਰਾਜਸੀ ਪੈਠ ਕਿੱਡੀ ਵੱਡੀ ਹੋਏਗੀ ਮਹਾਰਾਜ ਜੀ ਦੀ। ਨਹੀਂ ਤੇ 3-3 ਵਾਰੀ ਜਿਹਦੀ ਗ੍ਰਿਫਤਾਰੀਆਂ, ਹੁਣ ਛੇਤੀ ਛੁੱਟ ਜਾਂਦਾ ਜੇਲ੍ਹ ਚੋਂ ਬੰਦਾ।
ਗੁਰੂ ਮਹਾਰਾਜ ਨੂੰ ਸੁਣਨ ਵਾਸਤੇ ਦੋਵੇਂ ਧਿਰਾਂ ਕਿਵੇਂ ਬੈਠੀਆਂ ਹੋਣੀਆਂ ਨੇ ਹੱਥ ਜੋੜ ਕੇ। ਮਹਾਰਾਜ ਜੱਜ ਮੰਗਰ ਵਿੱਚ ਬੈਠੇ। ਮੈਂ ਕਹਿੰਦਾ ਧੰਨ ਸਨ ਉਹ ਲੋਕ, ਭਾਵੇਂ ਝਗੜੇ ਦੇ ਮਾਹੌਲ ਦੇ ਵਿੱਚ ਗਏ, ਸਰਕਾਰਾਂ ਨੇ ਉਕਸਾਇਆ, ਸੈਂਟਰ ਨੇ, ਕੇਂਦਰ ਨੇ ਇੱਕ ਬੰਦਾ ਭੇਜਿਆ, ਖੂਨ ਖਰਾਬਾ ਹੋਣਾ ਸੀ, ਨਜਾਇਜ਼ ਮਾਰੇ ਜਾਣੇ ਸਨ ਲੋਕ, ਪਰਿਵਾਰਾਂ ਦੇ ਵਿੱਚ ਬੱਚੇ ਯਤੀਮ ਹੋ ਜਾਣੇ ਸਨ, ਸੁਹਾਗ ਉੱਜੜ ਜਾਣੇ ਸਨ, ਖੂਨ ਦੀਆਂ ਨਦੀਆਂ ਵਹਿ ਤੁਰਨੀਆਂ ਸਨ। ਉਹਨਾਂ ਦੋਵਾਂ ਧਿਰਾਵਾਂ ਦੇ ਦਿਮਾਗ ਨੂੰ ਠੰਡਾ ਕਰਨ ਲਈ ਜਦੋਂ ਗੁਰੂ ਮਹਾਰਾਜ ਬੈਠੇ ਹੋਣੇ ਨੇ ਆਖਿਆ ਹੋਣਾ, ਆਓ ਸੰਵਾਦ ਕਰੀਏ ਆਪਾਂ। ਤੁਸੀਂ ਕਰਕੇ ਵੇਖ ਲਓ ਜੰਗ, ਕਰਕੇ ਵੇਖ ਲਓ ਝਗੜਾ, ਲਾਸਟ ਵਿੱਚ ਤੁਹਾਨੂੰ ਫੇਰ ਇੱਥੇ ਹੀ ਬਹਿਣਾ ਪੈਣਾ ਜੀ। ਮੈਂ ਉਡੀਕਦਾ, ਤੁਸੀਂ ਕਰਕੇ ਵੇਖ ਲਓ ਟਰਾਈ। ਤੇ ਜੇ ਮੁੜ ਕੇ ਆਉਣਾ, ਜੇ ਮਰ ਮਰਾ ਕੇ, ਪਰਿਵਾਰ ਉਜਾੜ ਕੇ, ਤੇ ਹੁਣ ਕਿਉਂ ਨਹੀਂ ਬਹਿ ਜਾਂਦੇ? ਪਹਿਲ ਇਹਨੂੰ ਦੇਵੋ, ਜੇ ਨਹੀਂ ਗੱਲ ਬਣਦੀ ਫਿਰ ਜੰਗ ਛੇੜ ਦਿਓ ਜੀ। ਆਹ ਗੱਲ ਸਮਝਣ ਵਾਲੀ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਅਸੀਂ ਕਿਹਾ 14 ਜੰਗਾਂ ਲੜੀਆਂ, ਗੁਰੂ ਹਰਗੋਬਿੰਦ ਸਾਹਿਬ ਨੇ 4 ਜੰਗਾਂ ਫਤਿਹ। ਅਸੀਂ ਇਕੱਲੇ ਜੰਗਾਂ ਦੀਆਂ ਹੀ ਗੱਲਾਂ ਕਿਉਂ ਕਰਦੇ ਹਾਂ? ਉਹ ਤੋਂ ਪਹਿਲਾਂ ਕੋਸ਼ਿਸ਼ਾਂ ਨਹੀਂ ਹੋਈਆਂ ਹੋਣਗੀਆਂ ਕਿ ਜੰਗ ਹੋਏ ਹੀ ਨਾ। ਅੱਲਾ ਯਾਰ ਖਾਂ ਜੋਗੀ ਨੇ ਕਿੰਨੇ ਪਿਆਰੇ ਸ਼ਬਦ ਕਹੇ, ਦੁਨੀਆ 'ਚ ਐਸਾ ਕੋਈ ਬੰਦਾ ਹੈ ਆਪਣੀ ਘਰ ਦੇ ਵਿੱਚ 7 ਮਹੀਨੇ ਨਿਆਣਿਆਂ ਸਮੇਤ ਭੁੱਖਾ ਭਾਣਾ, ਔਰ ਕੋਈ ਕਸੂਰ ਨਹੀਂ, ਕੋਈ ਅਪਰਾਧ ਨਹੀਂ, ਕੋਈ ਪਾਪ ਨਹੀਂ, ਉਹਦੇ ਘਰ ਨੂੰ ਘੇਰਾ ਪਾ ਲਵੋ ਬੇਮਤਲਬ ਹੀ। ਬੰਦਾ 7 ਦਿਨ ਨਹੀਂ ਕੱਢਦਾ, ਆਖਦਾ ਥਾਪੀ ਮਾਰ ਕੇ ਵੇਹਨੇ ਆ ਇਹਨਾਂ ਸੂਰਮਿਆਂ ਨੂੰ ਆਪਾਂ। 7 ਮਹੀਨੇ ਕੌਣ ਕੱਢ ਸਕਦਾ ਜੀ? ਤੇ ਸਿੱਖ ਅਜੇ ਵਿੱਚੋਂ ਕਹਿੰਦੇ ਸਨ, ਮਹਾਰਾਜ ਇੱਕ ਵਾਰੀ ਇਸ਼ਾਰਾ ਕਰੋ ਬਸ ਤੁਸੀਂ। ਤੇ ਅੱਲਾ ਯਾਰ ਖਾਂ ਜੋਗੀ ਦੇ ਸ਼ਬਦ ਪਤਾ ਕੀ ਨੇ? ਫਰਕ ਕਿੱਥੇ ਖਲੋਤਾ ਸੀ ਇਸ ਗੱਲ ਦਾ? ਗੁਰੂ ਇਹੀ ਤੇ ਗੈਪ ਖਤਮ ਕਰਨਾ ਚਾਹੁੰਦਾ ਸਾਡੇ ਵਿੱਚ। ਜਦੋਂ ਕਾਲਾਪਨ ਆ ਜਾਂਦਾ ਨਾ, ਗੁਰੂ ਫੇਰ ਕਹਿੰਦਾ ਥੋੜਾ ਹੋਰ ਸਬਰ ਕਰੋ। ਸਿੱਖ ਇਹ ਚਾਹਤੇ ਥੇ ਲੜਕਰ ਸ਼ਹੀਦ ਹੋ, ਸਤਿਗੁਰੂ ਇਹ ਕਹਤੇ ਹਨ ਨਾ ਜਾਇਆ ਮੁਰੀਦ ਹੋ। ਸਬਰ ਸਿਦਕ ਵੇਖੋ ਮਹਾਰਾਜ ਦਾ। ਗੁਰੂ ਮਹਾਰਾਜ ਕਹਿੰਦੇ ਟਲ ਜੇ ਬਲਾ ਤੇ ਚੰਗਾ ਹੀ ਹੈ। ਸਾਹਮਣੇ ਵਾਲਾ ਮਰੇਗਾ ਨਾ ਸਿਪਾਹੀ, ਉਹ ਵੀ ਤਾਂ ਕਿਸੇ ਦਾ ਸੁਹਾਗ ਹੋਏਗਾ, ਕਿਸੇ ਬੱਚੇ ਦਾ ਪਿਓ ਹੋਏਗਾ, ਘਰ ਰੋਟੀ ਪਾਣੀ, ਉਹ ਤਾਂ ਤਨਖਾਹੀਆ ਵਿਚਾਰਾ ਜਿਹੜਾ ਫੌਜੀ ਲੱਗਾ ਇੱਥੇ, ਇਹਦਾ ਕੀ ਕਸੂਰ? ਇਹਨੂੰ ਪਤਾ ਹੀ ਕੱਖ ਨਹੀਂ ਹੈਗਾ ਵਿਚਾਰੇ ਨੂੰ। ਜਿਹੜੇ ਹੈਗੇ ਨੇ ਉਹ ਸੈਂਟਰ 'ਚ ਬੈਠੇ ਨੇ, ਉਹ ਅੱਗੇ ਹੋ ਕੇ ਲੜਨ ਨਹੀਂ ਦੇ, ਉੱਥੇ ਹੈ ਕੋਈ ਨਹੀਂ। ਤੇ ਸਾਨੂੰ ਤਾਂ ਸਮਝ ਆ ਨਾ ਇਸ ਗੱਲ ਦੀ, ਸਾਨੂੰ ਤਾਂ ਸਮਝ ਆਉਣੀ ਚਾਹੀਦੀ ਨਾ, ਪਹਿਲ ਕਿਹੜੀ ਚੀਜ਼ ਨੂੰ ਦੇਣੀ ਹੈ ਆਪਾਂ। ਯਕਦਮ ਅਸੀਂ ਲਲਕਾਰਾ ਮਾਰਨ ਤੇ ਤੁਰ ਪੈਂਦੇ ਆ ਸਾਧ ਸੰਗਤ ਜੀ, ਯਕਦਮ ਪਹਿਲ ਅਸੀਂ ਦੇਈ ਇਹਨਾਂ ਗੱਲਾਂ ਨੂੰ। ਅੱਜ ਜਿਹੜਾ ਆ ਪਟਿਆਲੇ 'ਚ, ਪਿੱਛੇ ਅੰਮ੍ਰਿਤਸਰ, ਹੋਰ ਥਾਵਾਂ ਤੇ ਹੁੰਦਾ, ਥਾਪੀ ਮਾਰਨੀ ਜ਼ਰੂਰੀ ਹੈ? ਅਗਲਿਆਂ ਨੂੰ ਤੁਸੀਂ ਕੱਲ ਸਿਕਿਉਰਿਟੀ ਗਾਰਡ ਪ੍ਰੋਵਾਈਡ ਕਰਵਾ ਦੋਗੇ। ਚਾਲਾਂ ਕਿਉਂ ਨਹੀਂ ਸਮਝਦੇ ਆਪਾਂ? ਗੁਰੂ ਤੇਗ ਬਹਾਦਰ ਮਹਾਰਾਜ ਤੇ ਗੋਲੀ ਚਲਾਉਣ ਵਾਲਿਆਂ ਨੂੰ ਕੀ ਗੁਰੂ ਮਹਾਰਾਜ ਪੁੱਠਾ ਨਹੀਂ ਸਨ ਟੰਗ ਸਕਦੇ? ਆਖਿਆ ਮੱਖਣ ਸ਼ਾਹ ਜੀ ਸਤਿਕਾਰ ਨਾਲ ਇਹਨਾਂ ਨੂੰ ਛੱਡ ਕੇ ਆਓ, ਹੱਥ ਖੋਲੋ ਧੀਰਮਲ ਜੀ ਦੇ। ਇਸ ਮਸੰਦ ਦਾ ਕੋਈ ਕਸੂਰ ਨਹੀਂ ਜੀ ਹੈਗਾ, ਇਹ ਤੇ ਵਿਚਾਰਾ ਲੋਭ ਦੇ ਵਿੱਚ, ਲਾਲਚ ਵਿੱਚ, ਗਰਜ ਵਿੱਚ ਫਸਿਆ ਹੋਇਆ। ਮੈਨੂੰ ਤੇ ਤਰਸ ਆਉਂਦਾ ਉਹਦੇ ਉੱਤੇ, ਮੈਨੂੰ ਤੇ ਇਹਦੇ ਉੱਤੇ ਤਰਸ ਆ ਰਿਹਾ। ਗੁਰੂ ਕਿੱਡਾ ਦਇਆ ਦਾ ਘਰ ਹੈ। ਨਹੀਂ ਤੇ ਗੁਰੂ ਮਹਾਰਾਜ ਕਹਿੰਦੇ ਇਹਨਾਂ ਨੂੰ ਪਾਓ ਲੰਮੇ, ਜਰਾ ਇਹਨਾਂ ਨੂੰ ਦਸੀਏ ਆਪਾਂ। ਅਗਲੇ ਕਾਲੇ ਸਨ ਸਿੱਖ, ਮਹਾਰਾਜ ਕਹਿੰਦੇ ਛੱਡ ਦਿਓ ਇਹਨਾਂ ਨੂੰ। ਕਿਉਂ? ਸਰਕਾਰ ਚਾਹੁੰਦੀ ਹੈ ਤੁਹਾਡੇ ਘਰ ਵਿੱਚੋਂ ਹੀ ਕੋਈ ਧਿਰ ਮਿਲ ਜਾਏ ਤੇ ਸਾਡੇ ਤੇ ਕਲੰਕ ਨਾ ਲੱਗੇ, ਤੁਹਾਡੇ ਵਿੱਚੋਂ ਧਿਰ ਖੜੀ ਹੋ ਜਾਏ, ਹਵਾ ਅਸੀਂ ਦੇਵਾਂਗੇ ਉਹਨੂੰ। ਅਗਰ ਗੁਰੂ ਤੇਗ ਬਹਾਦਰ ਮਹਾਰਾਜ ਧੀਰਮਲ ਨੂੰ ਸਜ਼ਾ ਦੇ ਦਿੰਦੇ ਨਾ, ਤੇ ਰੋਲਾ ਪਤਾ ਮਾਰਕੀਟ ਵਿੱਚ, ਸਮਾਜ ਵਿੱਚ ਕੀ ਪਵਾਇਆ ਜਾਣਾ ਸੀ? ਆ ਵੇਖੋ ਗੱਦੀ ਪਿੱਛੇ ਭਰਾ ਲੜ ਪਏ। ਭਰਾ ਹੀ ਤਾਂ ਸਨ ਦੋਨੋਂ, ਚਚੇਰਾ ਸੀ ਧੀਰਮਲ, ਭਰਾ ਲੜ ਪਏ ਗੱਦੀ ਪਿੱਛੇ, ਕਲੰਕ ਲੱਗ ਜਾਣਾ ਸੀ ਸਾਡੇ ਮੱਥੇ ਤੇ। ਮਹਾਰਾਜ ਕਹਿੰਦੇ ਨਹੀਂ, ਏਡੀ ਇਹਦੀ ਹਸਤੀ ਨਹੀਂ, ਇਹਦਾ ਕੱਦ ਨਹੀਂ ਕਿ ਗੁਰੂ ਨਾਨਕ ਦੇ ਘਰ ਦੇ ਬਰਾਬਰ ਇਹਨੂੰ ਖੜਾ ਕਰੀਏ ਆਪਾਂ। ਇਹ ਇਹਦੇ ਕਾਬਲ ਥੋੜਾ ਹੈ। ਅਸੀਂ ਘੱਟੋ ਘੱਟ ਇਹ ਤਾਂ ਸੋਚੀਏ ਨਾ, ਸਾਡੇ ਕੱਦ ਦੇ ਬਰਾਬਰ ਅਗਲਾ ਹੈ? ਤੁਹਾਡੇ ਖਾਲਸੇ ਪੰਥ ਦੇ ਸਾਹਮਣੇ ਅਗਲੇ ਦੀ ਏਡੀ ਔਕਾਤ ਹੈ, ਹਸਤੀ ਹੈ, ਜਿੰਨਾ ਉਹ ਬੰਦੇ ਨੇ ਸਟੇਟਮੈਂਟ ਵੱਡਾ ਦੇ ਦਿੱਤਾ। ਆਪਾਂ ਯਕਦਮ ਥਾਪੀ ਮਾਰੀ, ਆਖਿਆ ਆਓ ਫਿਰ ਮੈਦਾਨ ਦੇ ਵਿੱਚ। ਸੋਚਿਆ ਹੀ ਕੁਝ ਨਹੀਂ, ਅਸੀਂ ਸੋਚਦੇ ਹੀ ਕੱਖ ਨਹੀਂ ਹੈਗੇ। ਤੇ ਅਗਲੇ ਨੂੰ ਤੁਸੀਂ ਉਕਸਾਇਆ, ਅਗਲੇ ਨੂੰ ਉੱਥੋਂ ਤੱਕ ਤੁਸੀਂ ਲੈ ਕੇ ਗਏ, ਕੱਲ ਉਹਨੂੰ ਤੁਸੀਂ ਕਈ ਕੁਝ ਪ੍ਰੋਵਾਈਡ ਕਰਵਾ ਦੇਣਾ ਜੇ। ਉਹੀ ਬੰਦੇ ਕੱਲ ਰਾਜਸੀ ਖੇਤਰ ਵਿੱਚ ਵੀ ਤੁਹਾਨੂੰ ਮਿਲਣਗੇ, ਕੱਲ ਤੁਹਾਡੇ ਮੁੱਖ ਮੰਤਰੀ ਵੀ ਉਹ ਬਣਨਗੇ, IAS DPS ਸਾਰੇ ਅਗਲਿਆਂ ਨੇ ਲਾਉਣੇ ਜੇ ਫਿਰ ਤੁਹਾਡੇ ਸਿਰ ਤੇ। ਆਪਣੇ ਬਰਾਬਰ ਦਾ ਨਾ ਉਹਨੂੰ ਸਮਝੋ, ਉਹ ਤੁਹਾਡੀ ਹਸਤੀ ਦੇ, ਤੁਹਾਡੇ ਕੱਦ ਦੇ ਬਰਾਬਰ ਨਹੀਂ ਰੱਖਦੀ ਉਹਦੀ ਥਾਂ। ਇਹ ਫੈਸਲਾ ਸਿਖਾਇਆ ਗੁਰੂ ਮਹਾਰਾਜ ਜੀ ਨੇ ਸਾਨੂੰ। ਸੋ ਗੁਰੂ ਮਹਾਰਾਜ ਨੇ ਆਖਿਆ ਜੰਗਾਂ ਤੋਂ ਪਹਿਲਾਂ ਵਿਚਾਰ ਵਟਾਂਦਰੇ ਹੁੰਦੇ ਨੇ, ਸੰਵਾਦ ਹੁੰਦੇ ਨੇ, ਸਾਂਝਾਂ ਹੁੰਦੀਆਂ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 6ਵੇਂ ਨਾਨਕ
ਉੱਥੇ ਜਾ ਕੇ ਜੰਗ ਹੋਈ ਔਰ ਜੰਗ ਦੇ ਕਾਰਨ ਪੜੋ, ਕਿੰਨਾ ਸਬਰ ਪਹਿਲਾਂ ਹੈ। ਇਹ ਸਬਰ ਨਹੀਂ, 9 ਸਾਲ ਦੀ ਉਮਰ ਦੇ ਵਿੱਚ ਪਿਤਾ ਬਾਰੇ ਖਬਰ ਸੁਣੀ ਹੋਵੇ ਕਿ ਦੇਗਾਂ ਚ ਉਬਾਲਤਾ, ਤੱਤੀ ਤਵੀ ਦੇ ਉੱਤੇ ਬਿਠਾਤਾ, ਲਾਲ ਸੁਰਖ ਹੋਈ ਹੋਵੇ ਤੱਤੀ ਤਵੀ, ਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਉੱਤੇ ਬਿਠਾਤਾ, ਜਿਨ੍ਹਾਂ ਬਾਰੇ ਭੱਟ ਕਹਿੰਦੇ ਨੇ ਧਰਨ ਗਗਨ ਨਵਖੰਡ ਮੈਂ ਜੋਤ ਸਵਰੂਪੀ ਰਹਿਓ ਭਰ, ਭਨ ਮਥੁਰਾ ਕਜ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਉਬਲਦੇ ਪਾਣੀ ਵਿੱਚ ਉਹਨਾਂ ਨੂੰ ਬਿਠਾ ਕੇ ਤਸੀਹੇ ਦਿੱਤੇ ਗਏ। ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਯਕਦਮ ਤੇ ਨਹੀਂ ਨਾ ਕਿਰਪਾਨ ਚੁੱਕ ਲਈ, ਜੀ ਬਹੁਤ ਹੋ ਗਈ ਹੁਣ ਤਾਂ। ਸੁਹਾਗ ਮਾਤਾ ਗੰਗਾ ਜੀ ਨੇ ਕਾਲੀ ਤੇ ਨਹੀਂ ਨਾ ਕੀਤੀ ਕਿਤੇ ਕਿ ਵੇਖੀ ਜਾਏਗੀ ਜੀ ਇਹ ਤੋਂ ਵੱਧ ਹੋਰ ਕੀ ਹੋਏਗਾ। 1606 ਤੋਂ ਪਹਿਲਾਂ ਕੋਈ ਵੀ ਇੰਡੀਆ ਦੇ ਵਿੱਚ, ਏਸ਼ੀਆ ਦੇ ਖੇਤਰ ਵਿੱਚ ਇਹੋ ਇਦਾਂ ਤਸੀਹੇ ਦੇ ਕੇ ਕਿਸ ਨੂੰ ਮਾਰਿਆ ਹੋਵੇ, ਸ਼ਹੀਦ ਤਾਂ ਚਲੋ ਲਫ਼ਜ਼ ਹੀ ਨਹੀਂ ਮਿਲਦਾ ਉਸ ਵੇਲੇ ਬਕਾਇਦਾ, ਪਰ ਕਾਲੇ ਨਹੀਂ ਪਏ ਮਾਤਾ ਜੀ ਨਾ ਪੁੱਤਰ। ਸਾਨੂੰ ਇਤਿਹਾਸ ਜਿਨ੍ਹਾਂ ਦੇ ਪੁਰਬ ਮਨਾਉਂਦੇ ਆ ਸਾਧ ਸੰਗਤ ਜੀ, ਮੈਂ ਹੱਥ ਜੋੜ ਕੇ ਬੇਨਤੀ ਕਰਨਾ, ਲੰਗਰ ਲਾਈਏ, ਨਗਰ ਕੀਰਤਨ ਕੱਢੀਏ, ਵੱਡੇ ਵੱਡੇ ਢਾਡੀ ਰਾਗੀ ਪ੍ਰਚਾਰਕ ਅਸੀਂ ਦੀਵਾਨ ਲਾਈਏ, ਸੁਣੀਏ, ਸੰਗਤ ਵਿੱਚ ਬੈਠੀਏ, ਯਤਨ ਕਰੀਏ, ਆਪਣੇ ਜਿੰਨੇ ਐਫਰਟ ਹੁੰਦੇ ਨੇ ਕਰੋ ਗੁਰੂ ਸਤਕਾਰ ਦੇ ਵਿੱਚ, ਪਰ ਨੁਕਤੇ ਤਾਂ ਸਮਝੀਏ। ਇੱਧਰ ਅਸੀਂ ਪੁਰਬ ਮਨਾ ਰਹੇ ਹਾਂ, ਉਧਰ ਤੁਸੀਂ ਵੇਖੋ ਸਾਡੇ ਭਰਾਵਾਂ ਤੇ ਕੀ ਹੋ ਰਿਹਾ, ਪੰਜਾਬ 'ਚ ਕਿਹੋ ਜਿਹਾ ਮਾਹੌਲ ਭਖ ਰਿਹਾ, ਸਾਡੇ ਬੱਚਿਆਂ ਨੂੰ ਉਕਸਾਇਆ ਜਾਂਦਾ ਹੈ। ਅਸੀਂ ਕਿਉਂ ਕਾਲੇ ਪਹਿਨਦੇ ਹਾਂ? ਅਸੀਂ ਕਿਉਂ ਨਹੀਂ ਦੂਰ ਦ੍ਰਿਸ਼ਟੀ ਨਾਲ ਇਸ ਗੱਲ ਦਾ ਧਿਆਨ ਰੱਖਦੇ ਕਿ ਆਖਿਰ ਮਾਹੌਲ ਬਣਾਇਆ ਕਿਉਂ ਜਾ ਰਿਹਾ ਹੈ, ਇਹਦੇ ਪਿੱਛੇ ਰੀਜ਼ਨ ਕੀ ਨੇ, ਕਾਰਨ ਕੀ ਨੇ। ਸਿਰਫ ਲਲਕਾਰੇ ਨਾ ਦੇਖੋ, ਉਹਦੇ ਪਿੱਛੇ ਚਾਲ ਵੇਖੋ, ਉਹਦੇ ਪਿੱਛੇ ਉਹ ਮੋਹਰਾਂ ਵੇਖੋ ਸਤਰੰਜ ਦੀਆਂ, ਉਹਦੇ ਪਿੱਛੇ ਤੁਸੀਂ ਉਹ ਜਾਲ ਵੇਖੋ ਜਿਹੜਾ ਕੱਲ ਤੁਹਾਡੇ ਉੱਤੇ ਅਗਲਿਆਂ ਨੇ ਪਾਉਣਾ ਹੈ। ਤੇ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਦੇ ਉੱਤਮ ਸੋਚ, ਉੱਤਮ ਦਰਜੇ ਤੇ ਉਹਨਾਂ ਦੀ ਮਹਾਨ ਸ਼ਖਸੀਅਤ ਤੇ ਤਜਰਬੇ ਕਰਕੇ ਅਸੀਂ ਉਹਨਾਂ ਦਾ ਪ੍ਰਕਾਸ਼ ਪੁਰਬ ਵੀ ਸੈਲੀਬ੍ਰੇਟ ਕਰਦੇ ਹਾਂ। ਅਦਰਵਾਈਜ਼ ਤੇ ਤਿਆਗਮਲ ਹੀ ਸਨ, ਉਦੋਂ ਸਿੱਖ ਰੂਪ ਵਿੱਚ ਹੀ ਸਨ, ਪਰ ਗੁਰੂ ਦਾ ਸਮੁੱਚਾ ਹੀ ਜੀਵਨ ਧੰਨ ਧੰਨ ਹੈ। ਕਮਾਲ ਹੈ, ਛੋਟੇ ਹੁੰਦਿਆਂ ਹੀ ਆਪਣੇ ਤਨ ਦੇ ਕੱਪੜੇ ਲਾ ਕੇ ਕਿਸੇ ਗਰੀਬ ਬੱਚੇ, ਗਰੀਬ ਗੁਰਬੜੇ ਦੇ ਬੱਚੇ ਦੇ ਤਨ ਤੇ ਕੱਪੜੇ ਪਾ ਕੇ ਆ ਜਾਣੇ, ਇਹ ਸਮਝੋ ਗੁਰੂ ਘਰ ਦੀਆਂ ਸਿੱਖਿਆਵਾਂ ਕੀ ਸਿਖਾ ਰਹੀਆਂ ਸਨ। ਅਜੇ ਉਮਰ ਕਿੰਨੀ ਸੀ? 7 ਸਾਲ ਦੀ। 13-14 ਸਾਲ ਦੇ ਵਿੱਚ ਚੌਥੀ ਜੰਗ ਫਤਿਹ ਕੀਤੀ। 7 ਸਾਲ ਦੇ ਵਿੱਚ ਤੁਸੀਂ ਵੇਖੋ, ਉਹ ਇੱਕ ਬੱਚੇ ਦੇ ਤਨ ਤੇ ਕੱਪੜੇ, ਮਾਂ ਨੇ ਥੋੜਾ ਕਿਹਾ ਸੀ, ਨਾ ਪਿਓ ਨੇ, ਨਾ ਪਰਿਵਾਰ ਨੇ, ਕਿਸੇ ਨੇ ਨਹੀਂ ਕਿਹਾ, ਖੁਦ ਡਿਸੀਜਨ ਲਿਆ ਉਹਨਾਂ ਨੇ। ਅਸੀਂ ਆਪਣੇ ਬੱਚਿਆਂ ਨੂੰ ਅੱਜ ਜਦੋਂ ਤਿਆਰ ਕਰਦੇ ਨਾ, ਮੈਂ ਮਹਿਸੂਸ ਕਰਦਾ ਸੀ ਜਿੰਨਾ ਸ਼ਬਦ ਪੜਾਵਾਂਗੇ ਅਗਲੇ ਉਨਾ ਹੀ ਪੜ੍ਹ ਕੇ ਜਾਣਗੇ, ਜਿੰਨੀ ਕਵਿਤਾ ਯਾਦ ਕਰਾਵਾਂਗੇ ਉਨੀ ਉਹ ਇੱਥੇ ਪਰਫਾਰਮੈਂਸ ਦੇ ਜਾਣਗੇ, ਜਿੰਨੇ ਸਵਾਲ ਰਟਾਏ ਨੇ ਉਹਨੇ ਆਨਸਰ ਦੇ ਜਾਣਗੇ। ਉਸ ਤੋਂ ਅਗਲੀ ਗੱਲ ਪੁੱਛੋ, ਹੋ ਸਕਦਾ ਹੈ ਕੁਝ ਸੋਚੀ ਪੈ ਜਾਵੇ। ਪਰ ਇਹ ਕੈਸਾ ਵਿਹੜਾ ਹੈ ਜਿੱਥੇ 7 ਸਾਲ ਦੇ ਵਿੱਚ ਉਹਦੇ ਦਿਮਾਗੀ ਟੈਸਟ ਲਿਆ ਜਾ ਰਿਹਾ ਬਾਬਾ ਫਤਿਹ ਸਿੰਘ ਜੀ ਦਾ, ਜਾ ਕੇ ਦਿਮਾਗੀ ਟੈਸਟ। 9 ਸਾਲ ਨੂੰ ਇਹ ਪੁੱਛਿਆ ਜਾ ਰਿਹਾ, ਜੇ ਤੁਹਾਨੂੰ ਛੱਡ ਦਈਏ ਤਾਂ ਆਨੰਦਪੁਰ ਨਹੀਂ, ਪਰਿਵਾਰ ਨਹੀਂ ਰਿਹਾ, ਭਰਾ ਕਤਲ ਹੋ ਚੁੱਕੇ ਨੇ, ਜੇ ਛੱਡ ਦਈਏ ਤੇ ਕੀ ਕਰੋਗੇ? ਹੁਣ ਇਹ ਦਿਮਾਗ ਦੀ ਕਸਾਈ ਹੋਈ ਹੋਏਗੀ ਤਾਂ ਨਾ ਤੁਸੀਂ ਹਾਜ਼ਰ ਜਵਾਬੀ ਹੋਵੋਗੇ। ਇਹ ਪ੍ਰੈਕਟਿਸਾਂ ਨੇ ਇਸ ਘਰ ਦੇ ਵਿੱਚ। ਉੱਥੇ ਮਾਤਾ ਜੀ ਵੀ ਕੋਲ ਨਹੀਂ ਹੈਗੇ, ਪਰਿਵਾਰ ਵੀ ਕੋਲ ਨਹੀਂ ਕਿ ਕੰਚ ਕੋਈ ਕਵੇ ਆ ਆਨਸਰ ਦੇ ਇਹਨਾਂ ਨੂੰ। ਤੁਸੀਂ ਸੋਚੋ, ਉਹਨਾਂ ਦੇ ਆਨਸਰ ਦੇ ਪਿੱਛੇ ਗੁਰੂ ਨਾਨਕ ਦੀ ਫਿਲਾਸਫੀ ਨੇ ਖੜੇ ਹੋਣਾ ਹੈ, ਉਹਨਾਂ ਦੇ ਆਨਸਰ ਦੇ ਪਿੱਛੇ ਉਹ ਸਿੱਖੀ ਨੂੰ ਰੈਪ੍ਰੈਜ਼ੈਂਟ ਕਰ ਰਹੇ ਨੇ। ਉਸ ਵੇਲੇ ਉਹਨਾਂ ਦੇ ਜਵਾਬ ਸਿੱਖੀ ਦੇ ਜਵਾਬ ਬਣ ਜਾਣੇ ਨੇ, ਉਹਨਾਂ ਦੇ ਜਵਾਬ ਗੁਰੂ ਨਾਨਕ ਦੀ ਰਸਨਾ ਤੋਂ ਉਹਨਾਂ ਜ਼ਾਲਮਾਂ ਦੇ ਅੱਗੇ, ਜ਼ਾਲਮਾਂ ਦੇ ਸਾਹਮਣੇ ਖੜਨ ਦੀ ਇੱਕ ਹਿੰਮਤ ਰੂਪ ਦੇ ਵਿੱਚ ਉਹ ਗੱਲ ਦਰਸ਼ੀ ਜਾਣੀ ਹੈ, ਪ੍ਰਗਟਾਈ ਜਾਣੀ ਹੈ। ਉਹ ਡਿਪੈਂਡ ਕਰਦਾ ਹੁਣ ਫਤਿਹ ਸਿੰਘ ਕੀ ਕਹੇਗਾ। ਉਹ ਕੋਈ ਛੋਟੀਆਂ ਗੱਲਾਂ ਨਹੀਂ ਸੁਣੇਗੀ। ਛੱਡ ਦੋਗੇ, ਪਹਿਲੀ ਗੱਲ ਲੋੜ ਕੋਈ ਨਹੀਂ ਤਰਸਦੀ, ਜੇ ਛੱਡ ਦੋਗੇ ਅਸੀਂ ਫਿਰ ਤਿਆਰੀ ਕਰਾਂਗੇ, ਫਿਰ ਜ਼ੁਲਮ ਦੇ ਸਾਹਮਣੇ ਖੜਾਂਗੇ, ਲੋਕਾਂ ਦੇ ਹੱਕ ਲੈ ਕੇ ਦਵਾਂਗੇ। ਜਦੋਂ ਤੱਕ ਸਮਾਜ ਇੱਕ ਸੁਰਤਾ ਨਹੀਂ ਬਣਦੀ, ਪਿਆਰ ਮੁਹੱਬਤ ਨਹੀਂ ਫੈਲਦਾ, ਇੱਥੇ ਕੋਈ ਜ਼ੁਲਮ ਨਹੀਂ ਮੁੱਕਦਾ, ਇੱਥੇ ਜ਼ਾਲਮ ਨਹੀਂ ਖਤਮ ਹੁੰਦੇ। ਆਪਾਂ ਰੋਜ਼ ਅਰਦਾਸ ਵਿੱਚ ਕੀ ਕਹਿੰਦੇ ਆ ਸਾਧ ਸੰਗਤ ਜੀ? ਕਈ ਵਾਰੀ ਇੱਥੇ ਸਵਾਲ ਉੱਠਦੇ ਨੇ, ਜੀ ਤੁਸੀਂ ਇਹ ਕਿਉਂ ਕਹਿੰਦੇ ਹੋ ਰਾਜ ਕਰੇਗਾ ਖਾਲਸਾ, ਕੀ ਰਹੇ ਨਾ ਕੋਈ। ਬਹੁਤੇ ਤੇ ਮੇਰੇ ਵਰਗੇ ਛੋਟੇ ਹੁੰਦੇ ਅਸੀਂ ਵੀ ਬਾਕੀ ਰਹੇ ਨਾ ਕੋਈ ਕਹਿ ਜਾਂਦੇ ਸਾਂ, ਤੇ ਕਈ ਕਹਿੰਦੇ ਨੇ ਜੀ ਇਦਾਂ ਕਿਉਂ, ਬਾਕੀ ਨਹੀਂ ਰਹਿਣੇ ਚਾਹੀਦੇ। ਨਹੀਂ ਸਾਧ ਸੰਗਤ, ਆਕੀ ਰਹੇ ਨਾ ਕੋਈ। ਜਿੰਨੇ ਵੀ ਕਰਤਾਰ ਵੱਲੋਂ ਦੇ ਹੁਕਮ ਵਾਲੇ ਪਾਸਿਓਂ ਆਕੀ ਜਿਹੜੇ ਨੇ, ਧਰਤੀ ਤੇ ਮਾਨਵਤਾ ਦਾ ਕਤਲ ਕਰਨ ਵਾਲੀ ਉਹ ਸੋਚ ਨਹੀਂ ਰਹਿਣੀ ਚਾਹੀਦੀ, ਨਹੀਂ ਰਹਿਣੀ ਚਾਹੀਦੀ ਉਹ ਸੋਚ। ਉਹਦੇ ਲਈ ਸਾਡੀ ਇੱਕ ਜੱਦੋ ਜਹਿਦ ਹੈ। ਅਸੀਂ ਬਿਗਲ ਵਜਾ ਚੁੱਕੇ ਹਾਂ,
1469 ਦੇ ਵਿੱਚ ਤੇ ਅੱਜ ਤੱਕ ਸਾਡੀ ਸੁਰ ਮੱਧਮ ਨਹੀਂ ਪੈਣੀ ਚਾਹੀਦੀ, ਪਰ ਬੜੇ ਧੀਰਜ ਨਾਲ, ਬੜੇ ਸਬਰ ਨਾਲ, ਬੜੇ ਪਿਆਰ ਤੇ ਬੜੇ ਅਖਲਾਕ ਦੇ ਮਾਹੌਲ ਦੇ ਵਿੱਚ ਗੱਲਾਂ ਵਿਚਾਰਨੀਆਂ ਪੈਣੀਆਂ ਨੇ। ਹਾਂ, ਉਹਦੇ ਬਾਅਦ ਅਗਲਾ ਗਲੇ ਨੂੰ ਗਿਰੇਬਾਨ ਨੂੰ ਹੱਥ ਪਾਉਂਦਾ ਹੈ, ਸੁਣਦਾ ਹੀ ਕੁਝ ਨਹੀਂ, ਵਿਚਾਰਨ ਨੂੰ ਤਿਆਰ ਕੋਈ ਨਹੀਂ ਹੈਗਾ। ਫਿਰ ਮਹਾਰਾਜ ਕਹਿੰਦੇ ਨੇ ਕੋਈ ਗੱਲ ਹੀ ਕੋਈ ਨਹੀਂ ਹੈਗੀ, ਤੁਸੀਂ ਹੁਣ ਢਾਲ ਵੀ ਚੁੱਕੋ ਤੇ ਕਿਰਪਾਨ ਵੀ ਚੁੱਕੋ ਤੇ ਮੈਦਾਨੇ ਜੰਗ ਵੀ ਚੁਣੋ। ਗੁਰੂ ਮਹਾਰਾਜ ਕਿਰਪਾ ਬਖਸ਼ਿਸ਼ ਕਰਨ। ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਦੇ 2 ਸ਼ਲੋਕ ਮੈਂ ਪਾਠ ਰੂਪ ਵਿੱਚ ਆਪ ਜੀ ਦੇ ਸਾਹਮਣੇ ਰੱਖੇ, ਜਿਹਦੇ ਵਿੱਚ ਮਹਾਰਾਜ ਜੀ ਨੇ ਬੜੀ ਪਿਆਰੀ ਇੱਕ ਗੱਲ ਕਹੀ ਹੈ। 5 ਮਿੰਟ ਮੇਰੇ ਕੋਲ ਹੋਰ ਨੇ। ਉਹਦੇ ਚ ਮਹਾਰਾਜ ਨੇ ਇੱਕੋ ਹੀ ਜੀਵ ਦੀ ਉਦਾਹਰਨ ਲਈ ਹੈ। ਏਕ ਭਗਤ ਭਗਵਾਨ ਜਹ ਪ੍ਰਾਣੀ ਕੇ ਨਾਹੇ ਮਨ, जैसे सुकर स्वान नानक मानो ताहे तन, स्वामी को गृह ज्यों सदा स्वान तजत नहीं नित, नानक ए बिद हर भजो एक मन होए एक चित। संखेप जी अर्थ करना, इत्थे मन ते तन 2 शब्द आए ने पहले श्लोक दे विच। एक भगत भगवान जह प्राणी के नाहे मन, साडे अगर मन दे विच भगती नहीं ना हैगी ਤੇ ਸਾਡਾ ਤਨ ਪਤਾ ਕਿਦਾਂ ਦਾ ਹੋਏਗਾ। ਇੱਥੇ ਤਨ ਦਾ ਅਰਥ ਹੈ ਵਿਹਾਰ, ਕਿਉਂਕਿ ਤਨ ਤੋਂ ਅਸੀਂ ਐਫਰਟ ਕਰਦੇ ਹਾਂ, ਵਿਹਾਰ ਕਰਦੇ ਹਾਂ, ਉਦਮ ਕਰਦੇ ਹਾਂ। ਜੈਸੇ ਸੂਕਰ ਸਵਾਨ, ਕੁੱਤਾ ਤੇ ਸੂਰ, ਨਾਨਕ ਮਾਨੋ ਤਾਹੇ ਤਨ, ਉਹਦੇ ਵਿਹਾਰ ਕੁੱਤੇ ਤੇ ਸੂਰ ਤੋਂ ਘੱਟ ਨਹੀਂ ਹੋਣਗੇ, ਕਿਉਂਕਿ ਸਾਰੀ ਗੱਲ ਮਨ ਦੀ ਹੈ ਨਾ। ਹੁਣ ਮਨ ਦੇ ਵਿੱਚ ਭਗਤੀ ਨਹੀਂ ਹੈਗੀ। ਹੁਣ ਭਗਤੀ ਕੀ ਹੈ? ਸਾਰੀਆਂ ਗੱਲਾਂ ਸਾਧ ਸੰਗਤ ਇਸ ਰੂਪ ਦੇ ਵਿੱਚ ਸਾਡੇ ਸਮਾਜ 'ਚ ਉਲਝਣ ਬਣੀਆਂ ਨੇ, ਕਿਉਂਕਿ ਅਸੀਂ ਜਿਹੜੀ ਵੋਕੈਬਲਰੀ ਹੈ ਨਾ, ਮੈਂ ਕਿਉਂਕਿ ਅਕਸਰ ਹੀ ਅਰਜ਼ ਕਰਦਾ, ਮਹਾਰਾਜ ਵੱਲੋਂ ਵਰਤੀ ਹੋਈ ਵੋਕੈਬਲਰੀ ਜਿਹੜੀ ਸ਼ਬਦਾਵਲੀ ਹੈ, ਉਹਦੇ ਜਦੋਂ ਤੱਕ ਅਸੀਂ ਅਰਥ ਭਾਵ ਤੇ ਉਹਦੇ ਨਾਲ ਨਾਲ ਗੁਰਬਾਣੀ ਦੇ ਹੋਰ ਸ਼ਬਦ ਦੇ ਸਹਾਰੇ ਨਹੀਂ ਨਾ ਲੈਂਦੇ, ਉਦ ਤੱਕ ਕਾਲਾਪਨ ਹੋ ਜਾਂਦਾ ਸਾਡੇ ਕੋਲ। ਇਹ ਭਗਤੀ ਨਹੀਂ ਕਰਦਾ ਮਨ ਤੇ ਸੁਕਰ ਸਵਾਨ ਵਰਗਾ। ਪਰ ਜਿਹੋ ਜੀ ਭਗਤੀ ਅਸੀਂ ਕਰ ਰਹੇ ਹਾਂ ਅੱਜ ਸਾਡੇ ਸਮਾਜ ਵਿੱਚ ਦਿਖਾਈ ਜਾ ਰਹੀ ਹੈ, ਮੈਨੂੰ ਖਿਮਾ ਕਰਿਓ, ਤੇ ਸੂਕਰ ਸਵਾਨ ਵੀ ਉਹਦੇ ਨਾਲੋਂ ਬਿਹਤਰ ਮੰਨੇ ਜਾਣਗੇ। ਅਸੀਂ ਤੇ ਬਹੁਤ ਥੱਲੇ ਜਾ ਚੁੱਕੇ ਹੁੰਦੇ। ਮੈਂ 2-3 ਪ੍ਰਮਾਣ ਸਾਂਝੇ ਕਰਨਾ। ਭਗਤੀ ਕੀ ਹੈ? ਤੁਸੀਂ ਪੜ੍ਹਦੇ ਹੋ ਸ਼ਬਦ, ਆਪ ਸਭਨਾਂ ਨੂੰ ਯਾਦ ਹੈ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਮਹਾਰਾਜ ਜੀ ਨੇ ਬਾਣੀ 'ਚ ਵੇਖੋ ਕਿੱਡੇ ਪਿਆਰੀ ਗੱਲ ਕਹੀ। ਇੱਥੇ ਭਗਤ ਦੇ ਤੱਤੇ ਨੂੰ ਸਿਆਰੀ ਭਾਵ ਭਗਤੀ, ਤੇ ਭਗਤੀ ਬਿਨਾਂ ਗੁਣਾ ਤੋਂ ਨਹੀਂ ਹੋਣੀ ਤੇ ਗੁਰੂ ਬਗੈਰ ਵੀ ਨਹੀਂ ਜੇ ਹੋਣੀ, ਕਿਉਂਕਿ ਗੁਰੂ ਨੇ ਹੀ ਗੁਣ ਦੇਣੇ ਨੇ ਨਾ ਸਾਨੂੰ, ਕਿਹੜੇ ਰੱਬੀ ਗੁਣ ਨੇ। ਸ਼ਲੋਕ 12 ਦੇ ਵਧੀਕ ਵਿੱਚ ਮਹਾਰਾਜ ਕਹਿੰਦੇ ਨੇ, ਗੁਰਮੁਖ ਹੱਸੈ ਗੁਰਮੁਖ ਰੋਵੈ, ਜੇ ਗੁਰਮੁਖ ਕਰੇ ਸਾਈ ਭਗਤ ਹੋਵੇ। ਜਿਹੜਾ ਗੁਰੂ ਅਕੋਰਡਿੰਗ ਜ਼ਿੰਦਗੀ ਜੀਂਦਾ ਨਾ, ਗੁਰੂ ਸਨਮੁਖ ਹੈ, ਗੁਰੂ ਮੁਤਾਬਕ ਐਫਰਟ ਕਰਦਾ, ਉਹ ਭਾਵੇਂ ਹੱਸੇ, ਭਾਵੇਂ ਰੋਵੇ, ਭਾਵੇਂ ਬੱਚੇ ਪਾਲੇ, ਪਰਿਵਾਰਕ ਕੋਈ ਕੰਮ ਕਰੇ, ਸਾਰੀ ਭਗਤੀ ਦੇ ਦਾਇਰੇ ਵਿੱਚ ਨੇ। ਉਹ ਭਗਤੀ ਤੋਂ ਬਾਹਰ ਥੋੜਾ ਨੇ, ਕਿਉਂਕਿ ਗੁਰੂ ਅਕੋਰਡਿੰਗ ਉਹਦਾ ਮਨ ਬਣ ਗਿਆ, ਮਨ ਤੇ ਇਫੈਕਟ ਪਿਆ ਉਸ ਗੱਲ ਦਾ। ਤੇ ਨਾਲ ਹੀ ਮਹਾਰਾਜ ਨੇ ਇਹ ਵੀ ਗੱਲ ਬਾਣੀ ਚ ਆਖੀ ਹੈ, ਮਨਮੁਖ ਭਗਤ ਕਰੇ ਬਿਨ ਸਤਗੁਰ, ਬਿਨ ਸਤਗੁਰ ਮੁਕਤ ਨਾ ਹੋਈ ਰਾਮ। ਸਤਗੁਰ ਤੋਂ ਬਗੈਰ ਆਪਣੇ ਢੰਗ ਦੀ ਅਗਰ ਕੋਈ ਮਰਜ਼ੀ ਦੇ ਨਾਲ ਭਗਤੀ ਕਰ ਰਿਹਾ, ਜਿਹਨੂੰ ਬਾਣੀ ਕਹਿੰਦੀ ਹੈ ਪਾਖੰਡ ਭਗਤ ਨਾ ਹੋਵਈ, ਦੁਬਦਾ ਬੋਲ ਖੁਆਰ, ਸੋ ਜਨ ਰਲਾਇਆ ਨਾ ਰਲੈ, ਜਿਸ ਅੰਤਰ ਬਵੇਕ ਵਿਚਾਰ। ਇੱਥੇ ਭਗਤੀ ਕੀ ਹੋਈ ਸਾਧ ਸੰਗਤ ਜੀ? ਗੁਰ ਕੀ ਮਾਤੋਂ ਲੈ ਇਆਨੇ, ਭਗਤ ਬਿਨਾ ਬੋ ਡੂਬੇ ਸਿਆਣੇ। ਗੁਰੂ ਦੀ ਮਾਤੀ ਤਾਂ ਭਗਤੀ ਹੈ। ਜਿਸ ਦੇ ਅੰਦਰ ਮਨ ਤੇ ਗੁਰੂ ਵਿਚਾਰ ਨਹੀਂ ਗਏ, ਗੁਰੂ ਦੇ ਖਿਆਲ ਹੀ ਨਹੀਂ ਗਏ, ਗੁਰੂ ਵੱਲੋਂ ਦਿੱਤਾ ਗਿਆਨ ਤੇ ਗੁਣ ਹੀ ਨਹੀਂ ਅੰਦਰ ਗਏ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਉਹਦੇ ਵਿਹਾਰ ਜ਼ਿੰਦਗੀ ਦੇ ਪਤਾ ਕਿੱਦਾਂ ਹੋਣਗੇ? ਇੱਥੇ ਸੁਕੇ ਹੇਤ ਬਹੁਤ ਦੁਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰੇ ਦੁਆਰ ਸਵਾਨ ਜਿਉ ਡੋਲਤ, ਨਹਿ ਸੁਧ ਰਾਮ ਭਜਨ ਕੀ। ਅਗਲੇਰੇ ਸ਼ਲੋਕ ਵਿੱਚ ਮਹਾਰਾਜ ਨੇ ਉਦਾਹਰਨ ਫਿਰ ਉਹੀ ਦਿੱਤੀ ਹੈ। ਉੱਥੇ ਆਖਿਆ ਨਹੀਂ, ਇੱਕੋ ਹੀ ਜੀਵ ਦੇ ਵਿੱਚ 2 ਸੁਭਾਅ ਹੁੰਦੇ ਨੇ, ਚੰਗਾ ਵੀ ਤੇ ਮਾੜਾ ਵੀ। ਤੁਸੀਂ ਮਾੜੇ ਪਾਸੇ ਨਹੀਂ ਜਾਣਾ, ਮਾੜਾ ਪੱਖ ਨਹੀਂ ਕਬੂਲ ਕਰਨਾ ਜ਼ਿੰਦਗੀ ਦਾ। ਕੁੱਤੇ ਦਾ, ਸੂਰ ਦਾ ਮਾੜਾ ਸੁਭਾਅ ਗੰਦਗੀ ਖਾਣ ਵਾਲਾ, ਦਰ ਦਰ ਤੇ ਜਾਣ ਵਾਲਾ। ਪਰ ਇੱਕ ਸੁਭਾਅ ਕੁੱਤੇ ਦੇ ਅੰਦਰ ਬੜਾ ਚੰਗਾ ਜੇ। ਪਰ ਵੇਖੋ ਸ਼ਲੋਕ ਦੇ ਵਿੱਚ ਬਰੀਕੀ ਧਿਆਨ ਨਾਲ ਦਿਓ ਜੇ। ਪਹਿਲੇ ਸ਼ਲੋਕ ਵਿੱਚ ਅਵਾਰਾ ਕੁੱਤਿਆਂ ਦੇ ਤੇ ਅਵਾਰਾ ਸੂਰਾਂ ਦੀ ਗੱਲ ਹੀ ਹੈ, ਪਰ ਅਗਲੇ ਸ਼ਲੋਕ 'ਚ ਆਖਿਆ ਏਕ ਸਵਾਮੀ ਕੋ ਗ੍ਰਹਿ ਜਿਉ ਸਦਾ। ਸਵਾਮੀ ਕੋ ਗ੍ਰਹਿ, ਜਿਹੜਾ ਘਰ ਦਾ ਕੁੱਤਾ ਹੁੰਦਾ, ਕਿਸੇ ਮਾਲਕ ਦਾ ਵਫਾਦਾਰ ਕੁੱਤਾ ਘਰ ਵਿੱਚ ਪਾਲਿਆ ਹੋਇਆ,
ਉਹਨੂੰ ਹੋਰ ਟੁੱਕ ਦੀ ਆਸ ਹੀ ਕੋਈ ਨਹੀਂ ਹੈਗੀ। ਹੁਣ ਭਾਵੇਂ ਉਹਦਾ ਮਾਲਕ 2 ਦਿਨ ਲਈ ਚਲਾ ਵੀ ਜਾਏ ਨਾ, ਉਹਨੇ ਰੋਣਾ ਧਾਵਾਂ ਨਹੀਂ ਮਾਰਨੀਆਂ, ਉਲਾਮੇ ਨਹੀਂ ਦੇਣੇ। ਉਹਨੇ ਫਿਰ ਆਉਂਦਿਆਂ ਸਾਰ ਦੇ ਪੈਰ ਚੁੰਮਣ ਲੱਗ ਪੈਣਾ। ਉਹਨੇ ਨਹੀਂ ਕਹਿਣਾ 2 ਦਿਨਾਂ ਤੋਂ ਭੁੱਖਾ ਹਾਂ। ਘਰ ਦੇ ਵਿੱਚ ਅਗਰ ਮਾਲਕ ਦੇ ਘਰ ਵੀ ਗਰੀਬੀ ਆ ਜਾਏ ਨਾ, ਤੇ ਕੁੱਤੇ ਨੇ ਨਹੀਂ ਕਹਿਣਾ ਹੁਣ ਤੇ ਤੇਰੇ ਪੱਲੇ 2 ਦਾਣੇ ਨਹੀਂ ਹੈਗੇ, ਮੈਂ ਤੇ ਚੱਲਾਂ ਛੱਡ ਕੇ। ਉਹ ਵਫਾਦਾਰ ਹੈ। ਜੇ ਸੁਖ ਦੇ ਤਾਂ ਤੁਝੇ ਰਾਦੀ, ਦੁੱਖ ਭੀ ਤੁਝੇ ਧਿਆਏ, ਛੱਡਾਂਗਾ ਨਹੀਂ ਤੇਰਾ ਦਰਦ। ਸਮਾਂ ਆਇਆ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਦਰਬਾਰ 'ਚ ਲੰਗਰ ਲਈ ਰਸਤ ਮੁੱਕ ਗਈ ਸੀ, ਆਂਦਾ ਦਾਣਾ ਨਹੀਂ ਸੀ ਪਹੁੰਚਿਆ। ਪ੍ਰਿਥੀ ਚੰਦ ਨੇ ਬਾਰੋ ਬਾਰ ਮਸੰਦ ਆਪਣੇ ਕਾਬੂ ਕਰਕੇ ਪਹੁੰਚਣ ਨਹੀਂ ਇੱਥੋਂ ਤੱਕ ਆਂਦਾ ਦਾਣਾ ਦਿੱਤਾ। ਲੰਗਰ ਵਿੱਚ ਤੋੜ ਪੈ ਗਈ, ਮਸਤਾਨਾ ਹੋ ਗਿਆ ਲੰਗਰ। ਪਰ ਸਿੱਖਾਂ ਨੇ ਤੇ ਨਹੀਂ ਆਖਿਆ ਮਹਾਰਾਜ ਹੁਣ ਇੱਥੇ ਨਹੀਂ ਸੁੱਖ ਹੈਗਾ, ਇੱਥੇ ਨਹੀਂ ਖਾਣ ਪੀਣੋਂ ਅੰਨ ਹੈਗਾ, ਤੁਸੀਂ ਸਾਨੂੰ ਕੀ ਦਿਓਗੇ? ਹੁਣ ਸਾਡੀਆਂ ਦੁੱਖਾਂ ਤਕਲੀਫਾਂ ਕਿਵੇਂ ਕੱਟੋਗੇ ਤੁਸੀਂ? ਏਕ ਭਗਤ ਭਗਵਾਨ, ਇਹ ਭਗਤੀ ਹੈ ਸਿੱਖ ਦੀ। ਦ੍ਰਿੜਤਾ, ਭਰੋਸਾ, ਵਿਸ਼ਵਾਸ, ਅਕੀਦਾ, ਪ੍ਰਤੀਤ। ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਓ, ਉਸ ਨੂੰ ਸੁਖ ਨਾ ਉਪਜੇ ਭਾਵੇਂ 100 ਗੇੜਾ ਆਵੋ ਜਾਓ। 100 ਗੇੜੇ ਲਾ ਲਈਏ ਗੱਲ ਨਹੀਂ ਬਣੇਗੀ। ਏਕ ਭਗਤ ਭਗਵਾਨ ਜਹ ਪ੍ਰਾਣੀ ਕੇ ਨਾਹੇ ਮਨ। ਮਹਾਰਾਜ ਕਹਿੰਦੇ ਨੇ ਨਾਨਕ ਇਹ ਬਿਦ ਏਕ ਭਗਤ ਭਗਵਾਨ ਜਹ ਪ੍ਰਾਣੀ ਕੇ ਨਾਹੇ ਮਨ। ਗੁਰੂ ਮਹਾਰਾਜ ਨੇ ਆਖਿਆ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ, स्वामी को ग्रह ज्यों सदा स्वान तजत नहीं नानक ए बिद हर भजो। ए बिद, बिद अर्थ हुंदा है मैथड, ढंग, जुगत। नानक ए बिद हर भजो, एक मन होए एक चित। मन करके पूरी चित करके फोकस करके पूरा ध्यान गुरु वाल, उहदे शब्दां वाल, उपदेश वाल हो के तुर पाओ। ये वफादारी होएगी। गुरु महाराज किरपा बख्शिश करन। सतगुरु गुरु तेग बहादुर महाराज के उपदेश ते उन्हां दी जीवन की जुगत साझियां करदे हां, संखेप दे विच विचार करदे हां। होईयां भुल्लां चुक्कां दी खिमा सबना दा ही धन्नवाद जी। वाहिगुरू जी का खालसा, वाहिगुरू जी की फतेह।